अस्सलाम वालेकुम दोस्तों ਤੇ ਮਿੱਤਰੋ ਕੀ ਹਾਲ ਹੈ ਤੁਹਾਡਾ। ਅੱਜ ਸਾਡਾ ਜਿਹੜਾ ਵੀਲੌਗ ਹੈ ਉਹ ਖਾਸ ਤੌਰ ਤੇ ਤੀਫੀ ਬੱਟ ਤੇ ਗੋਗੀ ਬੱਟ ਦਾ ਅੱਗੇ ਜਿਹੜੀ ਨਵੀਂ ਨਸਲ ਸਾਹਮਣੇ ਆਈ ਹੈ ਉਹਨਾਂ ਦੇ ਹਵਾਲੇ ਨਾਲ ਹੈ। ਇਹ ਤੀਫੀ ਬੱਟ ਦਾ ਜਿਹੜਾ ਬੇਟਾ ਹੈ ਤਾਜ਼ੀਮ ਬੱਟ, ਜਿਹਨੂੰ ਖਵਾਜਾ ਤਾਜ਼ੀਮ ਗੁਲਸ਼ਨ ਵੀ ਕਿਹਾ ਜਾਂਦਾ ਹੈ, ਉਹਨੇ ਜਦੋਂ ਦਾ ਅਕਬਰੀ ਬੋਰਡ ਦਾ ਚੇਅਰਮੈਨ ਦਾ ਜਿਹੜਾ ਅਹੁਦਾ ਉਹ ਸੰਭਾਲ ਲਿੱਤਾ ਹੈ ਤੇ ਉਹਨੇ ਜਿਹੜਾ ਖਾਸ ਤੌਰ ਤੇ ਨਾਰਾ ਲਾਇਆ ਕਿ ਮੇਰੇ ਸ਼ੇਰੋ ਤੇ ਮੇਰੇ ਸ਼ੇਰੋ। ਤੇ ਕੁਛ ਸਾਡੇ ਦੋਸਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਇਹਨਾਂ ਨੇ ਕਿਸੇ ਨੂੰ ਪੈਗਾਮ ਵੀ ਦਿੱਤਾ ਹੈ ਕਿ ਵੀ ਤਿਆਰ ਹੋ ਜਾਓ, ਹੁਣ ਮੇਰੇ ਸ਼ੇਰ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਤੇ ਮੈਂ ਹੁਣ ਇਹਨਾਂ ਦੀ ਸਰਪ੍ਰਸਤੀ ਕਰਾਂਗਾ। ਲੇਕਿਨ ਅਸੀਂ ਇਹ ਸਾਰੇ ਮਾਮਲਿਆਂ ਨੂੰ ਦੇਖਣ ਤੋਂ ਪਹਿਲੇ ਥੋੜਾ ਜਿਹਾ ਬੈਕਗਰਾਉਂਡ ਚਲੇ ਜਾਂਦੇ ਹਾਂ ਕਿ ਕੁਝ ਲੋਕ ਕਹਿੰਦੇ ਨੇ ਜੀ ਕਿ ਇਹ ਜਿਹੜੇ ਤੀਫੀ ਬੱਟ ਦੇ ਜਿਹੜੇ ਬੇਟੇ ਨੇ ਇਹ ਐਚੀਸਨ ਤੋਂ ਪੜ੍ਹੇ ਹੋਏ ਨੇ, ਇਹ ਮੰਮੀ ਡੈਡੀ ਸਟਾਈਲ ਹੈ ਤੇ ਇਹ ਕਿਸ ਤਰ੍ਹਾਂ ਤੀਫੀ ਬੱਟ ਦੀ ਐਡੀ ਵੱਡੀ ਜਿਹੜੀ ਬਣਾਈ ਹੋਈ ਐਮਪਾਇਰ ਹੈ। ਐਮਪਾਇਰ ਜਿਹੜੀ ਨਾ ਉਹ ਅਸਲ 'ਚ ਅੰਡਰਵਰਲਡ ਦੀ ਜਿਹੜੀ ਐਮਪਾਇਰ ਹੁੰਦੀ ਹੈ ਜਾਂ ਜਿਹੜੀ ਇਸ ਤਰ੍ਹਾਂ ਦੀ ਤਾਜਰਾਂ ਦੀ ਐਮਪਾਇਰ ਹੁੰਦੀ ਹੈ, ਉਹ ਕੋਈ ਇਸ ਤਰ੍ਹਾਂ ਦੀ ਨਹੀਂ ਹੁੰਦੀ ਜਿਹੜੀ ਤੁਹਾਨੂੰ ਜ਼ਾਹਰ ਨਜ਼ਰ ਆਉਂਦੀ ਹੈ। ਉਹਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੁੰਦਾ, ਕਾਰੋਬਾਰ ਵੀ ਚੱਲ ਰਹੇ ਹੁੰਦੇ ਨੇ, ਵਸੀ ਸਿਲਸਿਲੇ ਨੇ, ਕਈ ਅਸਾਸਾਜਾਤ ਨੇ ਜਿਹੜੇ ਜ਼ਾਹਰੀ ਨੇ, ਕਈ ਐਸੇ ਅਸਾਸਾਜਾਤ ਨੇ ਜਿਨ੍ਹਾਂ ਦਾ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ। ਤੇ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ ਉਸ ਗੱਦੀ ਦਾ ਕੋਈ ਨਾ ਕੋਈ ਸਰਪ੍ਰਸਤ ਬਣਾਉਣਾ ਜ਼ਰੂਰੀ ਸੀ। ਤੇ ਕਿਉਂਕਿ ਗੋਗੀ ਬੱਟ ਜਿਹੜਾ ਉਹ ਤੇ ਫੁੱਫੀਜ਼ਾਤ ਸੀ, ਉਹ ਤੇ ਨਹੀਂ ਤੀਫੀ ਬੱਟ ਦੀ ਜਿਹੜੀ ਗੱਦੀ ਉਹਨੂੰ ਸੰਭਾਲ ਸਕਦਾ ਸੀ, ਉਹ ਉਹਨਾਂ ਦੀ ਤੀਫੀ ਬੱਟ ਦੀ ਆਪਣੀ ਔਲਾਦ ਚੋਂ ਕੋਈ ਸੰਭਾਲ ਸਕਦਾ ਸੀ। ਉਹਨਾਂ ਦੇ ਵੱਡਾ ਬੇਟਾ ਜਿਹੜਾ ਤਾਜ਼ੀਮ ਬੱਟ ਹੈ ਉਹਨੇ ਫਿਰ ਐਲਾਨ ਕੀਤਾ ਤੇ ਉਹ ਭਰਪੂਰ ਤਰੀਕੇ ਨਾਲ ਸਾਹਮਣੇ ਆਇਆ। ਸ਼ੁਰੂ ਤੇ ਜਦੋਂ ਤੀਫੀ ਬੱਟ ਦਾ ਜਨਾਜ਼ਾ ਸੀ ਤੇ ਉਦੋਂ ਵੀ ਅਸੀਂ ਜਦੋਂ ਦੇਖਿਆ ਤਾਜ਼ੀਮ ਬੱਟ ਨੂੰ ਤੇ ਉਦੋਂ ਇਹੋ ਹੀ ਲੱਗਾ ਕਿ ਕੰਮ ਗੋ ਲੜਕਾ ਹੈ ਤੇ ਇੰਨਾ ਜ਼ਿਆਦਾ ਯਾਨੀ ਬੋਲਣ ਵਾਲਾ ਨਹੀਂ ਤੇ ਥੋੜਾ ਜਿਹਾ ਸ਼ਰਮੀਲਾ ਟਾਈਪ ਵੀ ਲੱਗਿਆ। ਲੇਕਿਨ ਜਦੋਂ ਉਹਨੇ ਆਪਣੀ ਤਕਰੀਰ ਕੀਤੀ, ਜਿਹੜੀ ਤੇ ਤਕਰੀਰ ਉਹਨੂੰ ਕੁਝ ਲੋਕਾਂ ਨੇ ਲਿਖ ਕੇ ਦਿੱਤੀ ਸੀ ਨਾ ਆਪਣੇ ਵਾਲਿਦ ਤੀਫੀ ਬੱਟ ਦੇ ਬਾਰੇ, ਉਹ ਤੇ ਉਹ ਕੋਈ ਐਡੇ ਇਤਮਾਦ ਦੇ ਨਾਲ ਹੀ ਕਰ ਸਕਿਆ। ਉਹਨੇ ਕੋਈ ਐਡੀ ਅੱਛੇ ਤਰੀਕੇ ਨਾਲ ਨਹੀਂ ਪੜ੍ਹੀ, ਉਹ ਲੱਗ ਵੀ ਨਹੀਂ ਸੀ ਰਿਹਾ ਕਿ ਉਹਦੇ ਦਿਲ ਦੀ ਆਵਾਜ਼ ਹੈ। लेकिन जो उस तो बाद उन्हें नारे लाए ना अपने दिलों के, तो उन्हें क्या कहा जी मेरे शेरों ते मेरे शेरों। वाले साहब एक बात करते होते थे, सब भाइयों से सब दोस्तों से कहते होते थे, मेरे शेरों मेरे शेरों मेरे शेरों। ਉਹ ਉਹਨਾਂ ਦਾ ਮਤਲਬ ਹੈਗਾ ਸੀ ਕਿ ਜਦੋਂ ਅਸੀਂ ਸਾਰੇ ਭਰਾ ਇਕੱਠੇ ਹੁੰਨੇ ਸਾਂ, ਕਜ਼ਨ ਇਕੱਠੇ ਹੁੰਨੇ ਸਾਂ, ਜਾਂ ਵਾਲਿਦ ਸਾਹਿਬ ਦੇ ਜਿਹੜੇ ਖਾਸ ਨੌਜਵਾਨ ਰਿਸ਼ਤੇਦਾਰ ਦੇ ਬੱਚੇ ਇਕੱਠੇ ਹੁੰਦੇ ਸੀ, ਤੇ ਉਹਨਾਂ ਦਾ ਇੱਕੋ ਹੀ ਨਾਰਾ ਹੁੰਦਾ ਸੀ ਤੀਫੀ ਬੱਟ ਦਾ। ਉਹ ਕਹਿੰਦਾ ਓਏ ਮੇਰੇ ਸ਼ੇਰੋ ਇੱਧਰ ਆਓ, ਉਹ ਸ਼ੇਰੋ ਇੱਧਰ ਆਓ। ਤੇ ਉਹ ਨਾਰਾ ਉਹਨੇ ਦੁਬਾਰਾ ਲਗਾ ਕੇ ਦੱਸਿਆ ਕਿ ਮੈਂ ਤੀਫੀ ਬੱਟ ਦਾ ਵੱਡਾ ਬੇਟਾ ਜਿਹੜਾ, ਤੇ ਮੈਂ ਹੁਣ ਤੀਫੀ ਬੱਟ ਦੀ ਜਗ੍ਹਾ ਤੇ ਆ ਕੇ ਬੈਠ ਗਿਆ। ਇਹ ਜਿਹੜਾ ਮੈਸੇਜ ਹੈ ਨਾ ਇਹ ਬੜਾ ਦੂਰ ਤੱਕ ਗਿਆ। ਪਹਿਲੇ ਨੰਬਰ ਤੇ ਇਹ ਸੀ ਕਿ ਕਿਹਾ ਜਾ ਰਿਹਾ ਸੀ ਕਿ ਤੀਫੀ ਬੱਟ ਦੀ ਪੂਰੀ ਫੈਮਿਲੀ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਹੁਣ ਕੋਈ ਬੰਦਾ ਵੀ ਜਾਏ ਨਾ ਉਹ ਸਾਹਮਣੇ ਨਾ ਆਵੇ ਔਰ ਤੀਫੀ ਬੱਟ ਦੇ ਮੁਕੱਦਮੇ ਨੂੰ ਫੇਸ ਵੀ ਨਾ ਕਰਨ, ਉਹ ਤੀਫੀ ਬੱਟ ਦੇ ਮੁਕੱਦਮੇ ਦੀ ਪੈਰਵੀ ਵੀ ਨਾ ਕਰਨ। ਉਹ ਪੈਰਵੀ ਨਾ ਕਰਨ ਵਾਸਤੇ ਇਹਨਾਂ ਕੋਲੋਂ ਜਦੋਂ ਤੀਫੀ ਬੱਟ ਦੀ ਲਾਸ਼ ਦਿੱਤੀ ਗਈ ਤਾਂ ਤੁਸੀਂ ਸੁਣਿਆ ਹੀ ਹੋਣਾ ਕਿ ਤੀਫੀ ਬੱਟ ਦੇ ਵੱਡੇ ਭਾਈ ਖਵਾਜਾ ਅਜ਼ਹਰ ਗੁਲਸ਼ਨ ਨੇ ਵੀ ਕਿਹਾ ਸੀ ਕਿ ਬਈ ਉਹ ਸਾਨੂੰ ਤੇ ਕਿਹਾ ਗਿਆ ਜੀ ਲਿਖ ਕੇ ਦਿਓ, ਤੇ ਸਾਨੂੰ ਸਾਡੇ ਕੋਲੋਂ ਉਹ ਮੈਸੇਜ ਵੀ ਰਿਕਾਰਡ ਕੀਤਾ ਗਿਆ ਤੇ ਇਹ ਸਾਰਾ ਕੁਝ ਕਰਾਇਆ ਗਿਆ। ਲੇਕਿਨ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਕੋਈ ਇੱਕ ਘਰ ਦਾ ਜਿਹੜਾ ਸਰਬਰਾਹ ਹੈ ਨਾ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਾਰਾ ਕਮ ਕਾਰੋਬਾਰ ਨੂੰ ਕਾਨੂੰਨੀ ਤਰੀਕੇ ਨਾਲ ਤੇ ਸੰਭਾਲੇ। ਦੇਖੋ ਨਾ ਕਿ ਉੱਥੇ ਕੋਈ ਸਰਪ੍ਰਸਤ ਬਣਦਾ ਹੈ ਤਾਂ ਉਹਦੇ ਵਾਸਤੇ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਇੱਕ ਪੋਲੀਟੀਕਲ ਤੁਹਾਡੇ ਕੋਲ ਛਤਰੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਕੋਈ ਪੋਲੀਟੀਕਲ ਕਿਰਦਾਰ ਨਜ਼ਰ ਆਉਣਾ ਚਾਹੀਦਾ ਹੈ। ਤੇ ਅਗਰ ਤੀਫੀ ਬੱਟ ਦਾ ਅਸੀਂ ਅਗਰ ਸਾਰਾ ਜਿਹਾ ਸੈਟਅਪ ਤੇ ਗੌਰ ਕਰੀਏ ਤੇ ਉਹਨਾਂ ਨੂੰ ਪੋਲੀਟੀਕਲੀ ਤੌਰ ਜਾਂ ਤਾਜਰਾਂ ਦੇ ਤੌਰ ਤੇ ਉਹਨਾਂ ਦੇ ਵੱਡੇ ਭਰਾ ਦੀ ਸਰਪ੍ਰਸਤੀ ਹਾਸਲ ਦੀ ਖਵਾਜਾ ਅਜ਼ਹਰ ਗੁਲਸ਼ਨ ਦੀ, ਕਿਉਂਕਿ ਉਹ ਬਹੁਤ ਸਾਰੀ ਮਾਰਕੀਟਾਂ ਦੇ ਸਦਰ ਰਹੇ, ਚੇਅਰਮੈਨ ਰਹੇ, ਤੇ ਉਸ ਤੋਂ ਇਲਾਵਾ ਉਹ ਖੁਦ ਵੀ ਚੇਅਰਮੈਨ ਸਨ, ਕਾਰੋਬਾਰ ਵੀ ਕਰਦੇ ਸਨ। ਤੇ ਇਸ ਤਰ੍ਹਾਂ ਉਹਨਾਂ ਦਾ ਇੱਕ ਕਾਰੋਬਾਰ ਵੀ ਉਹ ਬਣ ਗਿਆ, ਇੱਕ ਉਹਨਾਂ ਨੂੰ ਸਿਆਸੀ ਜਿਹੜੀ ਸਰਪ੍ਰਸਤੀ ਵੀ ਹਾਸਲ ਹੋ ਗਈ, ਤੇ ਸਾਰੀ ਉਮਰ ਨੂਨ ਲੀਗ ਦੇ ਨਾਲ ਜਿਹੜੀ ਆਪਣੀ ਸਰਪ੍ਰਸਤੀ ਤੇ ਆਪਣੀ ਤਾਲੁਕ ਰੱਖਿਆ ਉਹਦੀ ਵੀ ਉਹਨਾਂ ਨੂੰ ਸਰਪ੍ਰਸਤੀ ਹਾਸਲ ਸੀ। ਤੇ ਅੰਡਰ ਹੈਂਡ ਜਿਹੜਾ ਸੀ ਨਾ ਉਹ ਫਿਰ ਜਿਹੜਾ ਕੋਈ ਸਾਹਮਣੇ ਮੁਕਾਬਲੇ ਤੇ ਆ ਜਾਂਦਾ ਨਾ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਫਿਰ ਉਹ ਵਾਲੀਆਂ ਐਕਟੀਵਿਟੀਜ਼ ਵੀ ਕਰਨੀ ਪੈਂਦੀਆਂ ਨੇ ਜਿਹੜੀਆਂ ਉਹ ਕਰਦੇ ਰਹੇ, ਜਿਨ੍ਹਾਂ ਦੇ ਹਵਾਲੇ ਨਾਲ ਉਹਨਾਂ ਤੇ ਇਲਜ਼ਾਮ ਹੈ। ਕਿਉਂਕਿ ਇਲਜ਼ਾਮ ਅਸੀਂ ਕਹਾਂਗੇ ਕਿਸੇ ਅਦਾਲਤ ਨੇ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਸਜ਼ਾ ਤੇ ਨਹੀਂ ਸੀ ਤੀਫੀ ਬੱਟ ਨੂੰ ਦਿੱਤੀ, ਲੇਕਿਨ ਇਹ ਹੁਣ ਜਿਹੜਾ ਲਾਸਟ ਕੇਸ ਹੋਇਆ ਸੀ ਬਲਾਜ ਵਾਲਾ, ਇਹਦੇ ਵਿੱਚ ਵੀ 109 ਤੇ ਉਹਨਾਂ ਨੂੰ ਮਸ਼ਵਰੇ ਦੇ ਰੱਖਿਆ ਗਿਆ ਸੀ। ਲੇਕਿਨ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਕਿਹਾ ਗਿਆ ਕਿ ਜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਉਹਨਾਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਜਿਹਦੀ ਬਾਤੋਂ
ਪੁਲਿਸ ਮੁਕਾਬਲਾ ਹੋਇਆ। ਲੇਕਿਨ ਇਹ ਸਟੋਰੀਆਂ ਚੱਲਦੀਆਂ ਰਹਿੰਦੀਆਂ, ਸਟੋਰੀਆਂ ਦੀ ਬੈਕਗਰਾਉਂਡ ਐਜ਼ ਏ ਸਾਫੀ ਸਾਨੂੰ ਵੀ ਪਤਾ ਹੈ ਤੇ ਸਾਡੇ ਨਾਜ਼ਰੀਨ ਨੂੰ ਵੀ ਪਤਾ ਹੈ, ਇਹਦੇ ਵਾਸਤੇ ਸਾਨੂੰ ਮਜ਼ੀਦ ਤਫਸੀਲ ਦੀ ਜਾਣ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਅਸਲ ਜਿਹੜਾ ਸਾਡਾ ਮੌਜੂ ਹੈ ਕਿ ਤਿੱਲਾ ਟਰੱਕਾਂ ਵਾਲੀ ਫੈਮਿਲੀ ਤੇ ਤੀਫੀ ਬੱਟ ਫੈਮਿਲੀ ਜਿਹੜੀ ਹੈ, ਇਹਨਾਂ ਦੀ ਹੁਣ ਜਿਹੜੀ ਕਿਆਦਤ ਹੈ ਉਹ ਨੌਜਵਾਨਾਂ ਦੇ ਹੱਥ 'ਚ ਆ ਗਈ ਹੈ ਤੇ ਦੋਵੇਂ ਖਾਨਦਾਨਾਂ ਦੀ ਕਿਆਦਤ ਐਸੇ ਨੌਜਵਾਨਾਂ ਦੇ ਹੱਥਾਂ 'ਚ ਆਈ ਹੋਈ ਹੈ ਕਿ ਜਿਹੜੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਪੜ੍ਹੇ ਹੋਏ ਨੇ, ਐਚੀਸਨ ਤੇ ਬੈਰੂਨ ਮੁਲਕ ਦੇ ਅੱਛੇ ਕਾਲਜਾਂ ਦੇ ਪੜ੍ਹੇ ਹੋਏ ਨੇ, ਤੇ ਹੁਣ ਇਹ ਪੜ੍ਹੀ ਲਿਖੀ ਜਿਹੜੀ ਕਿਆਦਤ ਹੈ ਇਹਨੂੰ ਚਾਹੀਦਾ ਤੇ ਹੈ ਕਿ ਅੰਡਰਵਰਲਡ ਦੀਆਂ ਜਿੰਨੀਆਂ ਐਕਟੀਵਿਟੀਜ਼ ਨੇ ਇਹਨਾਂ ਦਾ ਖਾਤਮਾ ਕਰਨ ਤੇ ਉਸ ਤੋਂ ਬਾਅਦ ਆਪਣੇ ਕਾਰੋਬਾਰ ਤੇ ਤਵੱਜੋ ਦੇਣ। ਕਿਉਂਕਿ ਦੇਖੋ, ਅਗਰ ਬਿੱਲੇ ਟਰੱਕਾਂ ਵਾਲਾ ਤੇ ਟੀਪੂ ਟਰੱਕਾਂ ਵਾਲੇ ਦੇ ਜਿਹੜੇ ਟਰੱਕਾਂ ਦੀ ਤਾਦਾਦ ਦੇਖੀ ਜਾਏ ਤੇ ਉਹਨਾਂ ਦੇ ਕਾਰੋਬਾਰ ਦੀ ਤਾਦਾਦ ਦੇਖੀ ਜਾਏ ਤੇ ਮੇਰਾ ਖਿਆਲ ਹੈ ਅਗਰ ਅਮੀਰ ਫਤਿਹ ਤੇ ਅਮੀਰ ਮੁਸਾਬ ਅਗਰ ਇਸ ਚੀਜ਼ ਨੂੰ ਲੈ ਕੇ ਚੱਲਣ ਤੇ ਮੇਰਾ ਖਿਆਲ ਉਹਨਾਂ ਦਾ ਕਾਰੋਬਾਰ ਇੰਨਾ ਵਸੀਹ ਹੋ ਸਕਦਾ ਹੈ ਕਿ ਅਗਲੀਆਂ ਉਹਨਾਂ ਦੀਆਂ 7 ਨਸਲਾਂ ਆ ਕੇ ਖਾ ਸਕਦੀਆਂ। ਤੇ ਇਸੇ ਤਰ੍ਹਾਂ ਅਗਰ ਤੀਫੀ ਬੱਟ ਦਾ ਬੇਟਾ ਜਿਹੜਾ ਆਇਆ ਤਜ਼ੀਮ ਗੁਲਸ਼ਨ ਤੇ ਤਜ਼ੀਮ ਬੱਟ ਜਿਹੜਾ ਹੈ, ਇਹ ਵੀ ਅਗਰ ਪੋਜ਼ਿਟਿਵ ਤਰੀਕੇ ਨਾਲ ਆਪਣੇ ਕਾਰੋਬਾਰ ਨੂੰ ਲੈ ਕੇ ਚੱਲੇ ਤੇ ਇਹਨਾਂ ਦੇ ਕੋਲ ਵੀ ਇੰਨੀਆਂ ਜਾਇਦਾਦਾਂ ਤੇ ਇੰਨੇ ਅਸਾਸਾਜਾਤ ਨੇ ਕਿ ਇਹਨਾਂ ਦੀਆਂ ਅੱਗੋਂ ਫਿਰ 7 ਪੁਸ਼ਤਾਂ ਜਿਹੜੀਆਂ ਉਹ ਬੈਠ ਕੇ ਖਾ ਸਕਦੀਆਂ। ਤੇ ਲਿਹਾਜ਼ਾ CCD ਤੇ ਪੰਜਾਬ ਪੁਲਿਸ ਵੀ ਇਹੋ ਹੀ ਚਾਹੁੰਦੀ ਹੈ ਤੇ ਹੁਕਮਰਾਨ ਵੀ ਇਹੋ ਹੀ ਚਾਹੁੰਦੇ ਨੇ ਕਿ ਬਈ ਹੁਣ ਸਾਨੂੰ ਕੋਈ ਅੰਡਰਵਰਲਡ ਦੀਆਂ ਲੜਾਈ ਝਗੜੇ ਤੇ ਬਦਮਾਸ਼ੀਆਂ ਤੇ ਕਤਲ-ਓ-ਗਾਰਤ ਨਹੀਂ ਚਾਹੀਦੀ। ਤੇ ਲਿਹਾਜ਼ਾ ਹੁਣ ਇਹ ਦੋਵੇਂ ਜਿਹੜੇ ਖਾਨਦਾਨਾਂ ਦੀ ਕਿਆਦਤ ਜਿਹੜੀ ਉਹ ਨੌਜਵਾਨਾਂ ਕੋਲ ਆ ਗਈ ਹੈ ਤੇ ਨੌਜਵਾਨ ਕਿਆਦਤ ਨੂੰ ਸਾਡਾ ਵੀ ਇਹੋ ਹੀ ਮਸ਼ਵਰਾ ਹੈ ਕਿ ਆਪਸ ਵਿੱਚ ਅਗਰ ਮਿਲ ਬੈਠ ਨਹੀਂ ਸਕਦੇ ਤੇ ਫਿਰ ਆਪਸ ਦੀ ਦੁਸ਼ਮਣੀ ਵੀ ਖਤਮ ਕਰਦੇ ਤੇ ਦੂਰ ਦੂਰ ਰਹਿਣਾ ਹੀ ਬਿਹਤਰ ਸਮਝੋ। ਤੇ ਫਿਰ ਹੀ ਮੁਲਕ ਦੇ ਵਿੱਚ ਵੀ ਤੇ ਸ਼ਹਿਰ ਦੇ ਵਿੱਚ ਵੀ ਅਮਨ ਕਾਇਮ ਹੋਏਗਾ ਤੇ ਅਮਨ ਕਾਇਮ ਹੋਏਗਾ ਹੀ ਤੇ ਇਹਨਾਂ ਦੀਆਂ ਅਗਲੀਆਂ ਨਸਲਾਂ ਬਚੀਆਂ ਰਹਿਣਗੀਆਂ। ਨਹੀਂ ਤੇ ਫਿਰ ਇਸ ਤਰ੍ਹਾਂ CCD ਦੀ ਤਰ੍ਹਾਂ ਮਜ਼ੀਦ ਹੋਰ ਕਈ ਮਹਿਕਮੇ ਬਣਦੇ ਰਹਿਣਗੇ। ਤੇ ਸਾਡਾ ਮਸ਼ਵਰਾ ਫਿਰ ਇਹਨਾਂ ਨੂੰ ਇਹੀ ਹੈ ਕਿ ਅਮਨ ਜਿਹੜਾ ਨਾ ਉਹਦਾ ਕੋਈ ਸਾਨੀ ਨਹੀਂ, ਅਮਨ ਦੇ ਨਾਲ ਜ਼ਿੰਦਗੀ ਗੁਜ਼ਾਰੋ। ਜਿਹੜਾ ਸ਼ਰੀਫ ਆਦਮੀ ਜ਼ਿੰਦਗੀ ਇੰਜੋਏ ਕਰਦਾ ਨਾ, ਉਹ ਕੋਈ ਬਦਮਾਸ਼ ਆਦਮੀ ਜਾਂ ਬਦਮਾਸ਼ੀ 'ਚ ਰਹਿਣ ਵਾਲਾ ਆਦਮੀ ਜਾਂ ਬਦਮਾਸ਼ੀ ਦੀ ਸਰਪ੍ਰਸਤੀ ਕਰਨ ਵਾਲਾ ਆਦਮੀ ਉਹ ਵਾਲੀ ਜ਼ਿੰਦਗੀ ਇੰਜੋਏ ਨਹੀਂ ਕਰ ਸਕਦਾ। ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਹੈ ਤੇ ਆਪਣੇ ਮੇਜ਼ਬਾਨ ਇਜਾਜ਼ਤ ਬੱਟ ਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।